ਨਵਾਬ ਦੌਲਤ ਖਾਂ ਲੋਧੀ ਸਤਿਗੁਰੂ ਨੂੰ ਬੁਲਾਉਂਦਾ ਏ, ਸਤਿਗੁਰੂ ਜਾਂਦੇ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਜਦੋਂ ਦੁਬਾਰਾ ਸੱਦਣ ਵਾਸਤੇ ਆਏ ਤੇ ਸਤਿਗੁਰੂ ਨਵਾਬ ਦੀ ਕਚਹਿਰੀ ਵਿੱਚ ਗਏ। ਸਤਿਗੁਰੂ ਨੇ ਜਾ ਕੇ ਕੋਈ ਵੀ ਸਲਾਮ ਜਵਾਬ ਨਹੀਂ ਕੀਤੀ, ਭਾਵ ਸਤਿਗੁਰੂ ਨੇ ਜਾ ਕੇ ਉਸ ਨੂੰ ਸਲਾਮ ਨਹੀਂ ਕੀਤੇ। ਨਵਾਬ ਦੌਲਤ ਖਾਨ ਨੇ ਇਸ ਗੱਲ ਦਾ ਜਦੋਂ ਕਾਰਨ ਪੁੱਛਿਆ, ਮਹਾਰਾਜ ਕਹਿੰਦੇ ਹੁਣ ਮੈਂ ਤੇਰਾ ਮੋਦੀ ਨਹੀਂ, ਹੁਣ ਮੈਂ ਅਕਾਲ ਪੁਰਖ ਵਾਹਿਗੁਰੂ ਜੋ ਪਰਮਾਤਮਾ ਹੈ ਮੈਂ ਉਸ ਦੇ ਘਰ ਦਾ ਸਿਪਾਹੀ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਨਵਾਬ ਦੌਲਤ ਖਾਂ ਲੋਧੀ ਕਹਿੰਦਾ ਵੀ ਤੁਸੀਂ ਕਹਿੰਦੇ ਹੋ ਨਾ ਕੋਈ ਹਿੰਦੂ ਨਾ ਮੁਸਲਮਾਨ, ਤੇ ਫਿਰ ਇਹ ਦੱਸਣਾ ਕਰੋ ਤੁਹਾਡੇ ਵਾਸਤੇ ਤੇ ਸਾਰੇ ਇੱਕ ਬਰਾਬਰ ਹੋਣਗੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹਾਂ ਮੇਰੇ ਵਾਸਤੇ ਸਾਰੇ ਹੀ ਇੱਕ ਬਰਾਬਰ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਇਹ ਗੱਲ ਬੜੀ ਬਹਾਦਰੀ ਤੇ ਜ਼ੁਰਤ ਵਾਲੀ ਇੱਕ ਗੱਲ ਸੀ, ਭਾਵ ਉਸ ਸਮੇਂ ਦੌਰਾਨ ਦਿੱਲੀ ਦੇ ਤਖਤ ਦੇ ਉੱਪਰ ਇਬਰਾਹੀਮ ਲੋਧੀ, ਸਿਕੰਦਰ ਲੋਧੀ ਇਤਿਆਦਿਕ ਬਾਦਸ਼ਾਹ ਸਨ, ਔਰ ਸਿਕੰਦਰ ਲੋਧੀ ਨੇ ਆਪਣੇ ਸਾਹਮਣੇ ਇੱਕ ਪੰਡਤ ਨੂੰ ਖਿਲਾਰ ਕੇ, ਜਿਸ ਦਾ ਨਾਂ ਗੋਦਨ ਪੰਡਤ ਸੀ, ਉਹਨੂੰ ਕਿਹਾ 10 ਮੁਸਲਮਾਨ ਚੰਗੇ ਹੈ ਕਿ ਹਿੰਦੂ ਚੰਗੇ ਹੈ। ਉਹ ਪੰਡਤ ਕਹਿਣ ਲੱਗਿਆ, ਕਹਿੰਦਾ ਹਿੰਦੂ ਵੀ ਅੱਛੇ ਹੈ ਔਰ ਮੁਸਲਮਾਨ ਵੀ ਅੱਛੇ ਹੈ। ਜਦੋਂ ਦੋਵਾਂ ਨੂੰ ਚੰਗੇ ਕਿਹਾ ਤੇ ਸਿਕੰਦਰ ਲੋਧੀ ਨੇ ਆਪਣੀ ਤਲਵਾਰ ਨਾਲ ਉਸ ਦਾ ਸਿਰ ਵੱਢ ਕੇ ਧਰਤੀ ਤੇ ਸੁੱਟ ਦਿੱਤਾ। ਕਹਿੰਦਾ ਕਹਿ ਕੇਵਲ ਮੁਸਲਮਾਨ ਚੰਗੇ ਹੈ। ਜਦੋਂ ਇੱਦਾਂ ਦਾ ਸਮਾਂ ਚੱਲ ਰਿਹਾ ਸੀ ਤੇ ਉਸ ਵਕਤ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਵੱਲੋਂ ਇਹ ਕਹਿ ਦੇਣਾ ਕਿ ਨਾ ਕੋਈ ਹਿੰਦੂ ਨਾ ਮੁਸਲਮਾਨ, ਇਹ ਬੜੀ ਵੱਡੀ ਗੱਲ ਸੀ। ਨਵਾਬ ਦੌਲਤ ਖਾਂ ਲੋਧੀ ਕਹਿਣ ਲੱਗਿਆ, ਕਹਿੰਦਾ ਜੇ ਦੋਵੇਂ ਤੇਰੇ ਵਾਸਤੇ ਬਰਾਬਰ ਹੈ ਤੇ ਚੱਲ ਫਿਰ ਮੇਰੇ ਨਾਲ ਮਸਜਿਦ ਦੇ ਵਿੱਚ ਜਾ ਕੇ ਨਮਾਜ਼ ਪੜ੍ਹਨਾ ਕਰ, ਕਿਉਂਕਿ ਨਮਾਜ਼ ਪੜ੍ਹਨ ਦਾ ਵਕਤ ਹੋ ਗਿਆ ਹੈ। ਇਸਲਾਮ ਦੇ ਵਿੱਚ 5 ਨਮਾਜ਼ਾਂ ਪੜ੍ਹੀਆਂ ਜਾਂਦੀਆਂ। ਗੁਰੂ ਨਾਨਕ ਸਾਹਿਬ ਮਹਾਰਾਜ ਨਵਾਬ ਦੌਲਤ ਖਾਂ ਲੋਧੀ ਦੇ ਨਾਲ ਮਸਜਿਦ ਵਾਲੇ ਪਾਸੇ ਨੂੰ ਤੁਰ ਪਏ। ਪਿੰਡ ਦੇ ਵਿੱਚ ਹਾਹਾਕਾਰ ਮਚ ਗਈ ਕਿ ਨਾਨਕ ਤੇ ਤੁਰਕ ਬਣ ਗਿਆ, ਮੁਸਲਮਾਨ ਬਣ ਗਿਆ। ਉਹਨੇ ਇਸਲਾਮ ਧਾਰਨ ਕਰ ਲਿਆ ਤੇ ਨਮਾਜ਼ ਪੜ੍ਹਨ ਵਾਸਤੇ ਨਵਾਬ ਦੇ ਨਾਲ ਤੁਰ ਪਿਆ। ਜਦੋਂ ਇਸ ਗੱਲ ਦੀ ਚਾਰੇ ਪਾਸੇ ਚਰਚਾ ਹੋਣ ਲੱਗ ਗਈ, ਇੱਥੋਂ ਤੱਕ ਕਿ ਜੈ ਰਾਮ ਜੀ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਤਿਕਾਰਯੋਗ ਭਾਈਆ ਜੀ ਸਨ, ਉਹ ਵੀ ਅੰਦਰੋਂ ਅੰਦਰ ਚਿੰਤਤ ਹੋਣ ਲੱਗੇ ਨੇ। ਤੇ ਉਸ ਵਕਤ ਨਾਨਕੀ ਜੀ ਨੇ ਉਹਨਾਂ ਨੂੰ ਥੋੜ੍ਹਾ ਬਹੁਤ ਧਰਵਾਸ ਦਿੱਤਾ ਕਿ ਤੁਸੀਂ ਕਿਸੇ ਗੱਲ ਦੀ ਚਿੰਤਾ ਨਾ ਕਰੋ, ਜਿੱਤ ਆਖਰਕਾਰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹੋਏਗੀ। ਜਦੋਂ ਉਸ ਵਕਤ ਨਮਾਜ਼ ਪੜ੍ਹੀ ਜਾਣ ਲੱਗੀ, ਕਾਜ਼ੀ ਤੇ ਨਵਾਬ ਕਦੇ ਉੱਠਦੇ ਹੈ ਕਦੇ ਥੱਲੇ ਨੂੰ ਨਿਫਦੇ ਹੈ, ਭਾਵ ਨਮਾਜ਼ ਪੜ੍ਹਦੇ ਵਕਤ ਬਾਰ-ਬਾਰ ਨੱਕ ਜਿਹੜਾ ਉਹ ਧਰਤੀ ਤੇ ਰਗੜਿਆ ਜਾਂਦਾ ਹੈ। ਜਦੋਂ ਇਵੇਂ ਕਰ ਰਹੇ ਸਨ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਵਕਤ ਮੁਸਕਰਾਏ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾਉਂਦੇ ਹੈ, ਹੱਸਦੇ ਹੈ, ਇਹ ਵੇਖ ਕੇ ਨਵਾਬ ਜਿਹੜਾ ਸੀ, ਕਾਜੀ ਜਿਹੜਾ ਸੀ, ਉਹ ਬੜੇ ਗੁੱਸੇ ਵਿੱਚ ਆਏ। ਉਹਨਾਂ ਨੇ ਕਹਿਣਾ ਕੀਤਾ ਕਿ ਨਾਨਕ ਤੂੰ ਸਾਡੇ ਧਰਮ ਦੀ ਤੋਹੀਨ ਕੀਤੀ ਹੈ, ਤੂੰ ਸਾਡੇ ਨਾਲ ਨਮਾਜ਼ ਨਹੀਂ ਪੜ੍ਹੀ, ਮਸਜਿਦ ਦੇ ਵਿੱਚ ਆਣ ਕੇ ਵੀ ਨਹੀਂ ਤੂੰ ਪੜ੍ਹਨਾ ਕੀਤੀ। ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਉਹਨਾਂ ਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਹੈ, ਕਵੀ ਸੰਤੋਖ ਸਿੰਘ ਜੀ ਅੱਜ ਦੇ ਇਸ ਪ੍ਰਸੰਗ ਦੇ ਰਾਹੀਂ ਸਾਨੂੰ ਸਾਰਿਆਂ ਨੂੰ ਦਰਸਾ ਰਹੇ ਨੇ। ਲੜੀਵਾਰ ਇਸ ਇਤਿਹਾਸ ਦੇ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਆਪ ਸਮੂਹ ਸੰਗਤ ਰਸਨਾ ਤੋਂ ਉਚਾਰਨ ਕਰਿਓ। ਸਾਰੇ ਆਖਿਓ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਨਵਾਬ ਜੀ ਕੰਨ ਲਾ ਕੇ ਮੇਰੀ ਗੱਲ ਨੂੰ ਸੁਣਨਾ ਕਰੋ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਕਿ ਨਵਾਬ ਜੀ ਤੁਹਾਨੂੰ ਕੋਈ ਮਾੜੀ ਮੋਟੀ ਸ਼ਰਮ ਨਹੀਂ ਆਉਂਦੀ? ਤੁਸੀਂ ਨਮਾਜ਼ ਪੜ੍ਹ ਰਹੇ ਸੀ ਤੇ ਕੀ ਕਰ ਰਹੇ ਸੋ? ਗੁਰੂ ਨਾਨਕ ਸਾਹਿਬ ਮਹਾਰਾਜ ਸਵਾਲ ਕਰਦੇ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਨਵਾਬ
ਤੇਰਾ ਸਰੀਰ ਜ਼ਰੂਰ ਇਸ ਮਸਜਿਦ ਦੇ ਵਿੱਚ ਖੜਾ ਸੀ, ਤੂੰ ਸਰੀਰਕ ਤੌਰ ਦੇ ਉੱਪਰ ਇੱਥੇ ਖੜਾ ਸੀ, ਲੇਕਿਨ ਤੇਰਾ ਮਨ ਕਿੱਥੇ ਸੀ? ਮਨ ਕਿੱਧਰ ਘੁੰਮਦਾ ਪਿਆ ਸੀ? ਧਾਰ ਬਿਠਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਨਵਾਬ ਜੀ ਸੱਚੋ ਸੱਚ ਦੱਸਣਾ ਕਰੋ, ਤੁਹਾਡਾ ਮਨ ਜਿਹੜਾ ਏ ਉਹ ਤੇ ਕਾਬਲ ਕੰਧਾਰ ਵਿੱਚ ਤੁਰਿਆ ਫਿਰਦਾ ਸੀ। ਤੁਸੀਂ ਸਰੀਰਕ ਤੌਰ ਦੇ ਉੱਪਰ ਇੱਥੇ ਊਠਕ ਬੈਠਕ ਕਰ ਰਹੇ ਸੀ, ਸਰੀਰਕ ਤੌਰ ਦੇ ਉੱਪਰ ਮੂੰਹ ਦੇ ਨਾਲ ਬਾਰ-ਬਾਰ ਉਹ ਜਿਹੜੀ ਨਮਾਜ਼ ਹੈ ਇਹਨੂੰ ਪੜ੍ਹੀ ਜਾ ਰਹੇ ਸੀ, ਲੇਕਿਨ ਤੁਹਾਡਾ ਮਨ ਕਿੱਥੇ ਸੀ? ਮਨ ਕਿਧਰੇ ਵੀ ਇੱਥੇ ਨਜ਼ਰ ਨਹੀਂ ਸੀ ਆ ਰਿਹਾ, ਮਨ ਤੇ ਤੁਹਾਡਾ ਕਾਬਲ ਕੰਧਾਰ ਵਿੱਚ ਤੁਰਿਆ ਫਿਰਦਾ ਸੀ। ਕਹਿਣ ਲੱਗੇ ਕਿ ਤੁਸੀਂ ਮਸੀਤ ਵਿੱਚ ਕਦੇ ਖੜਦੇ ਸੀ, ਕਦੇ ਉੱਠਦੇ ਸੀ, ਕਦੇ ਬਹਿੰਦੇ ਸੀ, ਉਹ ਕੇਵਲ ਸਾਰਾ ਕੁਝ ਸਰੀਰਕ ਤੌਰ ਤੇ ਹੋ ਰਿਹਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਇਹ ਜਿਹੜਾ ਚੰਚਲ ਮਨ ਹੈ ਨਾ, ਇਹ ਤੇ ਘੋੜੇ ਖਰੀਦਣ ਵਾਸਤੇ ਗਿਆ ਹੋਇਆ ਸੀ, ਇਹ ਤੇ ਕਾਬਲ ਵਿੱਚ ਤੁਰਿਆ ਫਿਰਦਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਜੇ ਇਦਾਂ ਦੀ ਨਮਾਜ਼ ਹੀ ਕਰਨੀ ਸੀ, ਜਿਹਦੇ ਵਿੱਚ ਮਨ ਹਾਜ਼ਰ ਹੀ ਨਹੀਂ ਸੀ, ਜਿਹਦੇ ਵਿੱਚ ਮਨ ਟਿਕਦਾ ਹੀ ਨਹੀਂ ਪਿਆ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਨਵਾਬ ਜੀ ਇੱਥੇ ਸਰੀਰਕ ਤੌਰ ਦੇ ਉੱਪਰ ਤੇ ਤੁਰੇ ਫਿਰਦੇ ਸੀ, ਪਰ ਇਹ ਜਿਹੜਾ ਮਨ ਹੈ ਇਹ 10 ਦਿਸ਼ਾਵਾਂ ਦੇ ਵਿੱਚ ਤੁਰਿਆ ਫਿਰਦਾ ਹੈ, ਇਹ ਮਨ ਨਹੀਂ ਟਿਕਦਾ, ਇਹ ਗੁਰੂ ਘਰ ਵਿੱਚ ਆਣ ਕੇ ਵੀ ਨਹੀਂ ਟਿਕਦਾ। ਮਤਾ ਕਹੀਏ ਕਿ ਇਹ ਕੇਵਲ ਨਵਾਬ ਨੂੰ ਕਿਹਾ, ਕਾਜੀ ਨੂੰ ਕਿਹਾ, ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਵੀ ਤੇ ਕਹਿ ਰਹੇ ਨਾ ਅੱਜ, ਜੇ ਉੱਥੇ ਕਾਜ਼ੀ ਦਾ ਮਨ ਨਹੀਂ ਟਿਕਿਆ, ਨਵਾਬ ਦਾ ਮਨ ਨਹੀਂ ਟਿਕਿਆ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਦੀ ਹਕੂਮਤ ਹੁੰਦਿਆਂ, ਉਹਨਾਂ ਦਾ ਰਾਜ ਭਾਗ ਹੁੰਦਿਆਂ, ਕਾਜ਼ੀ ਦੀ ਪਾਵਰ ਜੱਜ ਦੇ ਬਰਾਬਰ ਸੀ, ਜਿਹੜਾ ਫਤਵੇ ਲਾ ਕੇ ਫੈਸਲੇ ਸੁਣਾਉਂਦਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨੂੰ ਕਹਿ ਦਿੱਤਾ ਕਿ ਬਾਬਾ ਸਾਨੂੰ ਵੀ ਕਹਿ ਰਿਹਾ ਏ, ਮਤਾ ਕਿਤੇ ਤੂੰ ਸਰੀਰਕ ਤੌਰ ਦੇ ਉੱਪਰ ਧਰਮ ਦੇ ਕੰਮ ਵਿੱਚ ਹਿੱਸਾ ਲੈਂਦਾ ਪਿਆ ਹੋਵੇਂ, ਮਨ ਤੇਰਾ ਕਿਧਰੇ ਹੋਰ ਭਟਕਦਾ ਫਿਰਦਾ ਹੋਵੇ, ਤੇ ਬਾਬਾ ਸਾਨੂੰ ਵੀ ਕਹੇਗਾ ਇਹ ਕੇਵਲ ਤੂੰ ਸਰੀਰ ਦੇ ਨਾਲ ਊਠਕ ਬੈਠਕ ਹੀ ਕੀਤੀ ਹੈ, ਮਨ ਨਹੀਂ ਹਾਜ਼ਰ। ਸਤਿਗੁਰੂ ਦੀ ਪਾਵਨ ਬਾਣੀ ਦਾ ਬਚਨ ਮਹਾਰਾਜ ਕਹਿੰਦੇ ਇਹ ਮਨ ਟਿਕਦਾ ਵੀ ਨਹੀਂ, ਇਹ ਕੋਈ ਸੌਖਾ ਕੰਮ ਨਹੀਂ ਮਨ ਨੂੰ ਖਿਲਾਰ ਲੈਣਾ। ਗੁਰਦੇਵ ਕਹਿੰਦੇ 10 ਦੇਸਾ ਖੋਜਤ ਮੈਂ ਫਿਰਿਓ, ਜਤ ਦੇਖਿਓ ਤਤ ਸੋਏ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਇੱਦਾਂ ਨਹੀਂ ਟਿਕਦਾ, ਇਹ ਤੇ ਗੁਰੂ ਦੀ ਕਿਰਪਾ ਹੋਵੇ ਤੇ ਇਹ ਮਨ ਨੂੰ ਕੋਈ ਸ਼ਾਂਤ ਕਰ ਸਕਦਾ ਏ। ਸੱਚ ਜਾਣਿਓ ਜਦੋਂ ਹੀ ਮਨੁੱਖ ਜਿਹੜਾ ਏ ਕੋਈ ਧਰਮ ਦਾ ਕੰਮ ਕਰਦਾ ਏ, ਜਦੋਂ ਹੀ ਮਨੁੱਖ ਜਿਹੜਾ ਏ ਕੋਈ ਚੰਗਾ ਕੰਮ ਕਰਨ ਲੱਗਦਾ, ਸਭ ਤੋਂ ਵੱਧ ਮਨ ਭਟਕਦਾ ਹੀ ਉਦੋਂ ਹੈ। ਕਦੇ ਵੀ ਬੁਰਾਈਆਂ ਕਰਦਿਆਂ ਮਨ ਨਹੀਂ ਡੋਲਿਆ, ਬਿਲਕੁਲ ਧਿਆਨ ਵਿੱਚ ਹੋਵੇਗਾ। ਘਰਾਂ ਦੇ ਵਿੱਚ ਟੀਵੀ ਚਲਾਉਂਦਿਆਂ, ਘਰਾਂ ਦੇ ਵਿੱਚ ਮੋਬਾਈਲ ਚਲਾਉਂਦਿਆਂ ਕਦੇ ਮਨ ਇੱਧਰ ਉੱਧਰ ਨਹੀਂ ਭਟਕਦਾ, ਪਰ ਜਦੇ ਕੋਈ ਧਰਮ ਦਾ ਕੰਮ ਕਰੇ, ਬੱਚਾ ਕੋਈ ਕਿਤਾਬ ਲੈ ਕੇ ਬੈਠੇ, ਉਸੇ ਵੇਲੇ ਕਹਿਣ ਲੱਗ ਪੈਂਦਾ ਮੇਰਾ ਨਹੀਂ ਚਿੱਤ ਕਰਦਾ। ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਨੂੰ ਪੜ੍ਹਨ ਲੱਗੇ ਤੇ ਉਦੋਂ ਹੀ ਕਹਿੰਦਾ ਹੈ। ਕਦੇ ਦੁਨੀਆ ਨੇ ਸਵਾਲ ਨਹੀਂ ਕੀਤਾ ਕਿ ਅਸੀਂ ਨੌਕਰੀ ਤੇ ਜਾਈਏ, ਉੱਥੇ ਮਨ ਨਹੀਂ ਟਿਕਦਾ। ਕਦੇ ਦੁਨੀਆ ਨੇ ਇਹ ਸਵਾਲ ਨਹੀਂ ਕੀਤਾ ਕਿ ਸਾਡਾ ਕੋਈ ਸੰਸਾਰੀ ਕੰਮ ਕਰਦਿਆਂ ਮਨ ਨਹੀਂ ਟਿਕਦਾ। ਦੁਨੀਆ ਦਾ ਸਵਾਲ ਹੀ ਇਹ ਹੈ ਕਿ ਬਾਣੀ ਪੜ੍ਹਦਿਆਂ ਮਨ ਨਹੀਂ ਟਿਕਦਾ। ਭਾਵ ਜਿਹੜੀ ਚੀਜ਼ ਵਿੱਚ ਬੰਦੇ ਦਾ ਧਿਆਨ ਨਾ ਹੋਵੇ ਨਾ, ਜਿਹੜੀ ਚੀਜ਼ ਬੰਦਾ ਬੱਧਾ ਚੱਟੀ ਕਰਦਾ, ਉੱਥੇ ਹੀ ਮਨ ਨਹੀਂ ਟਿਕਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਇਹ ਗੁਰੂ ਦੀ ਕਿਰਪਾ ਹੋਵੇ ਇਹ ਮਨ ਟਿਕ ਜਾਂਦਾ ਹੈ। ਤੇ ਇੱਥੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਰਹੇ ਸਨ, ਕਹਿੰਦੇ ਨਵਾਬ ਜੀ ਸੱਚ ਇਹ ਹੈ ਸਰੀਰਕ ਤੌਰ ਤੇ ਤੁਸੀਂ ਇੱਥੇ ਸੀ, ਪਰ ਮਾਨਸਿਕ ਤੌਰ ਤੇ ਮਨ ਜਿਹੜਾ ਏ ਉਹ ਤੇ ਕਾਬਲ ਕੰਧਾਰ ਵਿੱਚ ਘੋੜੇ ਖਰੀਦਦਾ ਫਿਰਦਾ ਸੀ। ਕਹੇ ਕਾਜੀ ਤੁਮ ਪਾਜ ਬਖਾਨਤ ਡਰ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਫਿਰ ਕਾਜੀ ਬੋਲਦਾ ਹੈ। ਕਾਜੀ ਕਹਿੰਦਾ ਨਾਨਕ ਤੂੰ ਨਵਾਬ ਦੇ ਸਾਹਮਣੇ ਕੀ ਕੁਝ ਬੋਲੀ ਜਾਂਦਾ, ਤੈਨੂੰ ਡਰ ਨਹੀਂ ਆਉਂਦਾ? ਖਰਿਓ ਹਜ਼ੂਰ ਨਿਭਾ ਨਾ ਬੋਲੋ ਸਮਝੀ। ਤੂੰ ਨਵਾਬ ਦੇ ਸਾਹਮਣੇ ਖੜਾ ਹੈ, ਕੁਝ ਸੋਚ ਸਮਝ ਕੇ ਬੋਲ, ਸੱਚ ਬੋਲ, ਐਵੇਂ ਝੂਠ ਬੋਲੀ ਜਾਂਦਾ, ਨਵਾਬ ਨੂੰ ਝੂਠਿਆਂ ਪਾਈ ਜਾਂਦਾ ਹੈ। ਖਾਨ ਸਾਚ ਨਾਨਕ ਕਹੀ। ਉਸੇ ਵੇਲੇ ਨਵਾਬ ਦੌਲਤ ਖਾਂ ਲੋਧੀ ਬੋਲਦਾ ਹੈ, ਕਹਿਣ ਲੱਗਿਆ ਨਹੀਂ ਨਹੀਂ ਕਾਜੀ ਸਾਹਿਬ
ਜੋ ਗੁਰੂ ਨਾਨਕ ਸਾਹਿਬ ਕਹਿ ਰਹੇ ਹਨ ਇਹ ਸੱਚ ਕਹਿ ਰਹੇ ਹਨ, ਇਹਦੇ ਵਿੱਚ ਕੋਈ ਵੀ ਝੂਠ ਨਹੀਂ ਹੈ। ਮਨ ਮੰਗਿਓ ਕਧਾਰ ਸਮੇਂ ਸਿਜਦੇ ਸਹੀ। ਨਵਾਬ ਕਹਿੰਦਾ ਸੱਚਮੁੱਚ ਸਿਜਦਾ ਕਰਦੇ ਵਕਤ, ਨਮਾਜ਼ ਪੜ੍ਹਦੇ ਵਕਤ ਮੇਰਾ ਮਨ ਜਿਹੜਾ ਹੈ ਨਾ ਉਹ ਕਾਬਲ ਕੰਧਾਰ ਵਿੱਚ ਹੀ ਤੁਰਿਆ ਫਿਰਦਾ ਸੀ। ਕਾਜੀ ਬਚਪਨੇ ਤੁਮਾਰੇ ਮਨ ਗਇਓ। ਫਿਰ ਕਾਜੀ ਆਖਦਾ ਹੈ, ਕਾਜੀ ਕੀ ਕਹਿੰਦਾ ਹੈ? ਕਹਿੰਦਾ ਮੰਨ ਲੈਨੇ ਆ ਕਿ ਨਵਾਬ ਸਾਹਿਬ ਦਾ ਮਨ ਇੱਥੇ ਨਹੀਂ ਸੀ, ਤੇ ਤੁਸੀਂ ਮੇਰੇ ਨਾਲ ਹੀ ਕਮ ਸੇ ਕਮ ਨਮਾਜ਼ ਜਿਹੜੀ ਉਹ ਪੜ੍ਹ ਲੈਂਦੇ। ਹੋਤੇ ਸਭ ਬਿਦ ਕਰੀ ਨਮਾਮ ਸੰਗ ਇਨ ਕੀਓ। ਜੇ ਇਹਨਾਂ ਨੇ ਨਹੀਂ ਕੀਤੀ ਨਮਾਜ਼, ਮੈਂ ਤੇ ਨਮਾਜ਼ ਪੜ੍ਹੀ ਹੈ ਨਾ, ਤੁਸੀਂ ਮੇਰੇ ਨਾਲ ਨਮਾਜ਼ ਪੜ੍ਹ ਲੈਣੀ ਸੀ। ਜਾਨ ਨਿਜ ਪਰਦ ਪ੍ਰਾਮਨ ਚਾਹੀ। ਕਵੀ ਸੰਤੋਖ ਸਿੰਘ ਕਹਿੰਦੇ ਅਸਲ ਵਿੱਚ ਕਾਜੀ ਵੀ ਆਪਣੀ ਕੀਤੀ ਤੇ ਪਰਦੇ ਪਾ ਰਿਹਾ ਸੀ। ਉਹ ਲੋਕਾਂ ਦੇ ਸਾਹਮਣੇ ਸੱਚਾ ਹੋਣਾ ਚਾਹੁੰਦਾ ਸੀ ਕਿ ਮੈਂ ਪੜ੍ਹ ਰਿਹਾ। ਤੇ ਇੱਥੇ ਫਿਰ ਕਵੀ ਸੰਤੋਖ ਸਿੰਘ ਕਹਿੰਦੇ ਕਾਜੀ ਆਪਣੇ ਆਪ ਤੇ ਪਰਦਾ ਪਾਉਣਾ ਚਾਹੁੰਦਾ ਸੀ। ਲਗਤ ਨ ਮੂਰਖ ਭੇਵ ਅਥਾਰੇ ਠਾਈ। ਕਵੀ ਸੰਤੋਖ ਸਿੰਘ ਕਹਿੰਦੇ ਮੂਰਖ ਕਾਜੀ ਨੂੰ ਪਤਾ ਨਹੀਂ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਅਥਾਹ ਕਿਸੇ ਨਹੀਂ ਪਾਇਆ, ਅੰਤ ਕਿਸੇ ਨੇ ਨਹੀਂ ਪਾਇਆ। ਬੋਲੇ ਨਾਨਕ ਬੈਨ ਐਨ ਸੁਖ ਸੋ ਗੁਣ ਦਿਆ। ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਦਇਆ ਦੇ ਘਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰਕੇ ਬੋਲਦੇ ਹਨ। ਕਾਜੀ ਕਰੀ ਨਵਾਜ ਸਤਨ ਮੈਂ ਮੰਨ ਗਿਆ। ਸਤਿਗੁਰੂ ਕਹਿਣ ਲੱਗੇ, ਕਹਿੰਦੇ ਕਾਜ਼ੀ ਸਰੀਰਕ ਤੌਰ ਤੇ ਨਮਾਜ਼ ਤੂੰ ਵੀ ਇੱਥੇ ਹੀ ਪੜ੍ਹਦਾ ਸੀ, ਪਰ ਮਨ ਤੇਰਾ ਵੀ ਇੱਥੇ ਨਹੀਂ ਸੀ ਹੈਗਾ। ਪੜਵਾ ਗਿਓ ਸ਼ੇਰ ਗਲਤ ਮੈਂ ਪਾਸ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਕਾਜ਼ੀ ਘਰ ਦੇ ਵਿੱਚ ਸੂਈ ਹੋਈ ਘੋੜੀ ਤੇ ਉਹਦੀ ਵਛੇਰੀ ਪਈ ਹੈ, ਮਨ ਤੇਰਾ ਉੱਥੇ ਤੁਰਿਆ ਫਿਰਦਾ ਸੀ। ਮੈਂ ਕਰ ਗਿਰ ਪਰੇ ਬਹੁਤ ਵਿਸ਼ਵਾਸ ਹੈ। ਕਹਿਣ ਲੱਗੇ ਤੇਰੇ ਮਨ ਵਿੱਚ ਵੀ ਚਿੰਤਾ ਲੱਗੀ ਹੋਈ ਸੀ, ਵਛੇਰੀ ਕਿਧਰੇ ਖੂਹ ਦੇ ਵਿੱਚ ਨਾ ਡਿੱਗ ਪਵੇ, ਕਿਧਰੇ ਟੋਏ ਦੇ ਵਿੱਚ ਨਾ ਜਾ ਪਵੇ। ਸੰਗ ਮਨ ਫਿਰੇ ਨ ਥਿਰ ਇੱਕ ਛਿਨ ਪਿਆ। ਕਹਿਣ ਲੱਗੇ ਕਿ ਇਸ ਦਾ ਮਨ ਤਾਂ ਇੱਕ ਪਲ ਵੀ ਮਸੀਤ ਵਿੱਚ ਨਹੀਂ ਰਿਹਾ, ਉਹ ਤੇ ਇੱਧਰ ਉੱਧਰ ਹੀ ਤੁਰਿਆ ਫਿਰਦਾ ਰਿਹਾ ਏ ਕਿ ਘਰ ਦੇ ਵਿੱਚ ਕਿਧਰੇ ਜਿਹੜੀ ਵਛੇਰੀ ਪਈ ਹੈ ਉਹ ਕਿਤੇ ਜਿਹੜੀ ਹੈ ਟੋਏ ਦੇ ਵਿੱਚ ਜਾ ਕੇ ਡਿੱਗ ਨਾ ਪੈਣੀ ਕਰੇ। ਸੰਗ ਮਨ ਫਿਰਤ ਨ ਸਿਕ ਥਿਨ ਛਿਨ ਪਿਆ। ਕਹਿਣ ਲੱਗੇ ਇੱਕ ਖਿੰਨ ਵੀ ਤੇਰਾ ਮਨ ਜਿਹੜਾ ਇੱਥੇ ਨਹੀਂ ਸੀ ਟਿਕਿਆ, ਇੱਧਰ ਉੱਧਰ ਤੁਰਿਆ ਫਿਰਦਾ ਸੀ। ਮਨ ਸ਼ਰਨ ਮੈਂ ਖਾਨ ਬਿਕਸ ਮੁਖ ਬਚ ਗਿਆ। ਜਦੋਂ ਇਹ ਗੱਲ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹੀ ਤੇ ਸੁਣ ਕੇ ਖਾਨ ਤੇ ਕਾਜੀ ਜਿਹੜੇ ਸਨ ਉਹ ਹੱਸਣ ਲੱਗ ਪੈਂਦੇ ਹਨ। ਕਾਜ ਕੋ ਪਾ ਸਾਚ ਲਾਜ ਨਿਵਾਰੀ ਹੈ। ਨਵਾਬ ਕਹਿਣ ਲੱਗਿਆ, ਕਹਿੰਦਾ ਕਾਜੀ ਸਾਹਿਬ ਤੁਸੀਂ ਸੱਚੋ ਸੱਚ ਦੱਸ ਦਿਓ, ਸਾਡੀ ਇੱਜ਼ਤ ਬਚ ਜਾਵੇਗੀ। ਬੀਤੀ ਚਿਤ ਬੀਚ ਸੂ ਬਚਨੇ ਉਚਾਰੀ ਹੈ। ਹੁਣ ਨਵਾਬ ਕਾਜੀ ਨੂੰ ਕਹਿੰਦਾ, ਕਾਜੀ ਸਾਹਿਬ ਜੋ ਚੱਲਦਾ ਸੀ ਨਾ ਤੁਹਾਡੇ ਮਨ ਅੰਦਰ ਦੱਸ ਦਿਓ ਅੱਜ ਸੱਚੋ ਸੱਚ। ਵੇਖੋ ਮੈਂ ਵੀ ਤੇ ਦੱਸ ਹੀ ਦਿੱਤਾ ਨਾ ਕਿ ਮੇਰਾ ਮਨ ਕਾਬਲ ਚ ਤੁਰਿਆ ਫਿਰਦਾ ਸੀ, ਆ ਤੁਸੀਂ ਵੀ ਦੱਸ ਦੇਣਾ ਕਰੋ ਕਿ ਨਮਾਜ਼ ਪੜ੍ਹਦੇ ਵਕਤ ਤੁਸੀਂ ਕੀ ਕਰ ਰਹੇ ਸੀ। ਕਾਜੀ ਆਨਨ ਭੰਤ ਸਤ ਜੇ ਵਿਦ ਸਹੀ। ਜਦੋਂ ਫਿਰ ਨਵਾਬ ਇਸ ਤਰ੍ਹਾਂ ਆਖਦਾ ਤੇ ਕਾਜੀ ਬੋਲਦਾ, ਕਹਿਣ ਲੱਗਿਆ ਹਾਂ ਨਾਨਕ ਜੀ ਸੱਚ ਹੀ ਆਖਦੇ ਹਨ। ਅਲਗ ਭਾਜਨ ਅਹੇ ਗਲਤ ਤੇ ਢਿਗ ਸਹੀ। ਕਹਿਣ ਲੱਗਿਆ ਸੱਚਮੁੱਚ ਵਛੇਰਾ ਜਿਹੜਾ ਹੈ ਨਾ ਉਹ ਤੇ ਬਿਲਕੁਲ ਟੋਏ ਦੇ ਕੰਢੇ ਦੇ ਉੱਪਰ ਪਿਆ ਹੋਇਆ ਹੈ। ਰਸ ਨਰ ਭਈ ਪਿਛਕ ਰਸ ਖਾਸ ਮੈਂ। ਇਹ ਗੱਲ ਸੁਣ ਕੇ ਫਿਰ ਅਜੀਬ ਜੀ ਗੱਲ ਸੀ, ਸਾਰਿਆਂ ਦਾ ਹਾਸਾ ਨਿਕਲ ਆਉਂਦਾ ਹੈ, ਸਾਰੇ ਹੱਸਣ ਲੱਗ ਪੈਂਦੇ ਹਨ। ਆਪ ਨਵਾਬ ਗਏ ਚਰਨ ਗਿਓ ਸੁਦਾਸ ਸੇ। ਕਵੀ ਸੰਤੋਖ ਸਿੰਘ ਕਹਿੰਦੇ ਫਿਰ ਕਾਜੀ ਤੇ ਨਾਲ ਹੀ ਨਵਾਬ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਉੱਪਰ ਡਿੱਗ ਪੈਂਦੇ ਹਨ। ਸਿਰ ਪੀਰਨ ਕੇ ਪੀਰ ਪੀਰ ਹਰ ਮੇਰੀਆ। ਨਵਾਬ ਆਖਦਾ ਹੈ, ਕਹਿਣ ਲੱਗਿਆ ਪੀਰਾਂ ਦੇ ਪੀਰ ਗੁਰੂ ਨਾਨਕ ਸਾਹਿਬ ਮਹਾਰਾਜ। ਭਾਈ ਗੁਰਦਾਸ ਸਾਹਿਬ ਨੇ ਵੀ ਕਿਹਾ ਨਾ, ਜ਼ਾਹਰ ਪੀਰ ਜਗਤ ਗੁਰ ਬਾਬਾ। ਗੁਰੂ ਨਾਨਕ ਸਾਹਿਬ ਮਹਾਰਾਜ ਤੁਸੀਂ ਪੀਰਾਂ ਦੇ ਪੀਰ ਹੋ। ਪੀਰਾਂ ਦੇ ਪੀਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕਰਦਾ ਹੈ ਨਵਾਬ ਦੌਲਤ ਖਾਨ ਲੋਧੀ। ਸਰੀਰ ਸਰਨ ਮੈਂ ਤੇਰੀਆਂ। ਕਹਿਣ ਲੱਗੇ ਤੁਸੀਂ ਗੁਣਾਂ ਦੇ ਖਜ਼ਾਨੇ ਹੋ, ਸਾਰੇ ਗੁਣਾਂ ਵਾਲੇ ਹੋ, ਤੁਹਾਡੇ ਵਿੱਚ ਬੇਅੰਤ ਗੁਣ ਭਰੇ ਹੋਏ ਹਨ। ਭ੍ਰਮ ਕਰ ਭੁੱਲੇ ਭਨਿਓ ਪੇਵ ਨ ਜਾਨੀਆਂ। ਮੈਂ ਤੁਹਾਡੇ ਗੁਣਾਂ ਨੂੰ, ਤੁਹਾਡੇ ਭੇਦ ਨੂੰ ਸਮਝ ਨਹੀਂ ਸਕਿਆ, ਜਾਣ ਨਹੀਂ ਸਕਿਆ, ਮੈਂ ਭੁਲੇਖੇ ਵਿੱਚ ਸੀ ਅੱਜ ਤੱਕ। ਬਖਸ਼ੋ ਅਵਗੁਣ ਮੇਰ ਅਜਾਨ ਬਖਾਨਿਆ। ਨਵਾਬ ਕਹਿੰਦਾ ਕਿਰਪਾ ਕਰਕੇ ਮੇਰੇ ਪਿਛਲੇ ਗੁਨਾਹ ਜਿਹੜੇ ਹਨ, ਔਗਣ ਜਿਹੜੇ ਹਨ, ਉਹਨਾਂ ਨੂੰ ਬਖਸ਼ ਦੇਣਾ ਕਰੋ। ਅਵਗੁਣ ਬਖਸ਼ ਕੇ ਆਪ ਦਿਓ ਨਿਜ ਉਪਦੇਸ਼।
ਪਿਛਲੇ ਔਗਣ ਬਖਸ਼ ਕੇ ਅੱਗੇ ਵਾਸਤੇ ਮੈਨੂੰ ਕੋਈ ਚੰਗਾ ਉਪਦੇਸ਼ ਜਿਹੜਾ ਉਹ ਬਖਸ਼ਿਸ਼ ਕਰੋ। ਬਿੰਤੀ ਕਰੇ ਦੌਲਤ ਖਾਨ ਨਰੇਸ਼। ਕਹਿੰਦੇ ਨਵਾਬ ਦੌਲਤ ਖਾਨ ਲੋਧੀ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਖੜਾ ਬੇਨਤੀਆਂ ਕਰ ਰਿਹਾ ਹੈ। ਖੁਦਾਏ ਹੋ ਰੂਪ ਹੋ ਅੰਤਰਜਾਮੀ ਸਭ। ਨਵਾਬ ਕਹਿੰਦਾ ਹੈ ਕਿ ਤੁਸੀਂ ਖੁਦਾ ਦਾ ਰੂਪ ਹੋ, ਰੱਬ ਦਾ ਰੂਪ ਹੋ, ਪ੍ਰਮਾਤਮਾ ਦਾ ਰੂਪ ਹੋ, ਸਾਰਾ ਕੁਝ ਤੁਸੀਂ ਜਾਣਨਹਾਰ ਹੋ। ਕਹਿਣ ਲੱਗੇ ਮੈਂ ਰਾਜ ਦੇ ਇਸ ਨਸ਼ੇ ਵਿੱਚ ਹੰਕਾਰੀ ਹੋ ਕੇ ਮੂਰਖ ਬਣ ਕੇ ਤੁਹਾਡਾ ਭੇਦ ਨਹੀਂ ਪਾ ਸਕਿਆ। ਮਾਫ ਕਰਨਾ ਜੇ, ਜਿਹੜਾ ਇੱਕ ਵਾਰ ਰਾਜ ਤਖਤ ਤੇ ਬੈਠ ਜਾਂਦਾ ਨਾ, ਉਹ ਨਸ਼ਾ ਹੀ ਇਦਾਂ ਦਾ ਉਹ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ। ਜਿਹੜਾ ਰਾਜ ਦੇ ਨਸ਼ੇ ਵਿੱਚ ਆ ਜਾਂਦਾ ਹੈ ਨਾ, ਫਿਰ ਉਹ ਦੁਨੀਆ ਨੂੰ, ਸੰਸਾਰ ਨੂੰ, ਲੋਕਾਂ ਨੂੰ ਕੀੜੇ ਮਕੌੜੇ ਸਮਝਦਾ ਹੈ। ਉਹਨਾਂ ਨੂੰ ਗੱਡੀਆਂ ਦੇ ਨਾਲ ਵੀ ਮਿੱਧ ਦਿੰਦਾ ਹੈ ਕਿ ਉਹ ਸਮਝਦਾ ਸ਼ਾਇਦ ਮੇਰੀ ਉਹ ਹਕੂਮਤ, ਮੈਂ ਜੋ ਕਰਦਾ ਉਹੀ ਠੀਕ ਹੈ। ਉਹ ਲੋਕਾਂ ਨੂੰ ਇਹ ਵੀ ਕਹਿ ਦਿੰਦਾ ਜੋ ਕਰਨਾ ਕਰ ਸਕਦੇ ਹੋ। ਇਹ ਸਾਰਾ ਕੁਝ ਹੁੰਦਾ ਹੈ ਰਾਜ ਦੇ ਨਸ਼ੇ ਵਿੱਚ ਹੁੰਦਾ ਹੈ। ਪਰ ਉਹੀ ਰਾਜ ਦਾ ਨਸ਼ਾ ਜਦੋਂ ਕਿਤੇ ਲੱਥ ਜਾਏ ਨਾ, ਤੇ ਸਤਿਗੁਰੂ ਦੀ ਬਾਣੀ ਦਾ ਪਾਵਨ ਬਚਨ ਨਦਰੋ ਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਇੰਦਾ। ਮਾਲਕ ਦੀ ਨਦਰ ਹੋ ਜਾਵੇ ਤੇ ਸੁਲਤਾਨ ਨੂੰ ਘਾਹ ਖਾਣ ਵਾਸਤੇ ਮਜਬੂਰ ਕਰ ਦਿੰਦਾ ਹੈ। ਕਵੀ ਸੰਤੋਖ ਸਿੰਘ ਕਹਿੰਦੇ ਨੇ ਕਿ ਨਵਾਬ ਹੱਥ ਜੋੜ ਕੇ ਕਹਿ ਰਿਹਾ ਸੀ, ਕਹਿੰਦਾ ਕਿ ਮਾਫ ਕਰਨਾ ਜੇ, ਮੈਂ ਅੱਜ ਤੱਕ ਹੰਕਾਰ ਦੇ ਵਿੱਚ ਸੀ, ਰਾਜ ਦੇ ਨਸ਼ੇ ਵਿੱਚ ਸਾਂ। ਕਹਿਣ ਲੱਗੇ ਬੜੇ ਚਿਰਾਂ ਤੋਂ ਆਪ ਜੀ ਨਾਲ ਜੁੜਿਆ ਹਾਂ, ਪਰ ਅਜੇ ਵੀ ਗਿਆਨ ਤੋਂ ਸਖਣਾ ਹਾਂ, ਮੈਨੂੰ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕੀ। ਮੇਰੇ ਤੇ ਕਿਰਪਾ ਕਰ ਦੇਵੋ, ਮੇਰਾ ਮਨ ਵਸ ਵਿੱਚ ਆ ਜਾਵੇ, ਨਾਲੇ ਤਿੰਨੇ ਤਾਪ ਜਿਹੜੇ ਨੇ ਖਤਮ ਹੋ ਜਾਣ। ਆਦ ਵਿਆਦ ਤੇ ਉਪਾਦ, ਤਿੰਨ ਤਾਪ ਜਿਹੜੇ ਉਹ ਗਿਣੇ ਗਏ ਨੇ, ਮੰਨੇ ਗਏ ਨੇ, ਔਰ ਇਹਨਾਂ ਤਾਪਾਂ ਨੂੰ ਖਤਮ ਕਰਨ ਵਾਲਾ ਵੀ ਪ੍ਰਮਾਤਮਾ। ਤਿੰਨੇ ਤਾਪ ਨਿਵਾਰਨ ਹਾਰਾ, ਉਹੀ ਨਿਵਾਰਦਾ, ਉਹੀ ਖਤਮ ਕਰ ਸਕਦਾ, ਹੋਰ ਕਿਸੇ ਵਿੱਚ ਕੋਈ ਤਾਕਤ ਨਹੀਂ ਕਿ ਉਹ ਤਾਪ ਜਿਹੜੇ ਉਹ ਖਤਮ ਕਰ ਦੇਵੇ। ਨਵਾਬ ਦੌਲਤ ਖਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ। ਕਹਿਣ ਲੱਗੇ ਕਿ ਮੈਂ ਵਿਸ਼ੇ ਵਿਕਾਰਾਂ ਦੇ ਵਿੱਚ ਪੈ ਕੇ, ਹੰਕਾਰ ਦੇ ਵਿੱਚ ਪੈ ਕੇ, ਦੁੱਖਾਂ ਸੁੱਖਾਂ ਦਾ ਵਿੱਚ ਪੈ ਕਰਕੇ, ਇਵੇਂ ਕਰਕੇ ਜਿਹੜਾ ਸੰਸਾਰੀ ਬਣ ਕੇ ਮੈਂ ਦੁੱਖ ਭੋਗ ਰਿਹਾ ਹਾਂ। ਦੌਲਤ ਖਾਂ ਲੋਧੀ ਦੀਆਂ ਸਾਰੀਆਂ ਬੇਨਤੀਆਂ ਸੁਣਨ ਤੋਂ ਬਾਅਦ ਫਿਰ ਦਇਆ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਵਨ ਬਚਨ ਉਚਾਰਦੇ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਦੌਲਤ ਖਾਂ ਸੁਣ ਮੇਰੀ ਗੱਲ, ਇਹ ਗੱਲ ਮੇਰੀ ਕੰਨ ਖੋਲ ਕੇ ਸੁਣ ਲੈ, ਧਿਆਨ ਨਾਲ ਸੁਣ ਲੈ। ਬਾਣੀ ਵਿੱਚ ਵੀ ਮਹਾਰਾਜ ਨੇ ਪਾਵਨ ਬਚਨ ਕਿਹਾ ਹੈ। ਸਤਿਗੁਰੂ ਕਹਿੰਦੇ ਕੰਨ ਲਾ ਕੇ ਸੁਣ ਮੇਰੀ ਗੱਲ। ਯਕ ਅਰਜ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ। ਕੰਨ ਲਾ ਕੇ ਸੁਣ ਮੇਰੀ ਗੱਲ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਾਜ਼ੀ ਨਵਾਬ ਦੌਲਤ ਖਾਂ ਲੋਧੀ, ਕੰਨ ਲਾ ਕੇ ਮੇਰੀ ਇਸ ਗੱਲ ਨੂੰ ਸੁਣਨਾ ਕਰ। ਕਹਿਣ ਲੱਗੇ ਇਸ ਮਨ ਨੂੰ ਰੋਕਣਾ ਕੋਈ ਸੌਖਾ ਨਹੀਂ, ਇਹ ਮਨ ਚੰਚਲਾ ਹੈ। ਇਹ ਜਿਹੜਾ ਮਨ ਹੈ ਨਾ, ਚੰਚਲਤਾ ਦੇ ਵਿੱਚ ਦਿਨ ਰਾਤ ਭਟਕਦਾ ਹੀ ਫਿਰਦਾ। ਇਹ ਮਨ ਸੌਖੇ ਕੀਤਿਆਂ ਨਹੀਂ ਰੋਕ ਸਕਦਾ, ਇਹਨੂੰ ਰੋਕਣਾ ਬੜਾ ਕਠਿਨ, ਬੜਾ ਮੁਸ਼ਕਲ ਹੈ। ਸਤਿਗੁਰੂ ਨੇ ਅਗਲੀ ਗੱਲ ਵੀ ਕਹਿ ਦਿੱਤੀ। ਕਹਿਣ ਲੱਗੇ ਇਸ ਮਨ ਨੂੰ ਰੋਕਣ ਤੋਂ ਬਿਨਾਂ ਇਹ ਸਾਰਾ ਕੁਝ ਪੜ੍ਹਨਾ, ਇਹ ਸਾਰਾ ਕੁਝ ਕਰਨਾ, ਇਹ ਵੀ ਵਿਅਰਥ ਚਲਿਆ ਜਾਂਦਾ ਹੈ। ਜਿੰਨਾ ਚਿਰ ਇਹ ਮਨ ਟਿਕਦਾ ਨਹੀਂ, ਉਹਨਾਂ ਚਿਰ ਇਸ ਮਨ ਵਿੱਚ ਪ੍ਰੇਮ ਵੀ ਪੈਦਾ ਨਹੀਂ ਹੋ ਸਕਦਾ। ਪ੍ਰੇਮ ਵੀ ਤਾਂ ਹੀ ਪੈਦਾ ਹੁੰਦਾ ਹੈ ਜਦੋਂ ਇਹ ਮਨ ਜਿਹੜਾ ਟਿਕ ਜਾਣਾ ਕਰੇ। ਗੁਰੂ ਨਾਨਕ ਸਾਹਿਬ ਮਹਾਰਾਜ ਐਸਾ ਉਪਦੇਸ਼ ਜਿਹੜਾ ਹੈ ਨਾ, ਉਹ ਉਹਨੂੰ ਦੇ ਰਹੇ ਸਨ, ਨਵਾਬ ਦੌਲਤ ਖਾਂ ਲੋਧੀ ਨੂੰ ਸਮਝਾ ਰਹੇ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਜਿਵੇਂ ਅਥਰਾ ਘੋੜਾ ਜਿਹੜਾ ਹੈ ਨਾ, ਉਹ ਕਿਸੇ ਦੇ ਕਾਬੂ ਵਿੱਚ ਨਹੀਂ ਆਉਂਦਾ, ਇੱਦਾਂ ਹੀ ਇਹ ਮਨ ਵੀ ਅਥਰੇ ਘੋੜੇ ਦੀ ਤਰ੍ਹਾਂ ਇਹ ਸੌਖੇ ਕੀਤਿਆਂ ਕਿਸੇ ਦੇ ਕਾਬੂ ਵਿੱਚ ਨਹੀਂ ਆਉਂਦਾ।
ਕਹਿੰਦੇ ਆਪਣੀ ਮਰਜ਼ੀ ਨਾਲ ਦੌੜਦਾ ਹੈ, ਆਪਣੀ ਮਰਜ਼ੀ ਨਾਲ ਘੁੰਮਦਾ ਹੈ। ਸਤਿਗੁਰੂ ਨੇ ਨਾ ਪਾਵਨ ਬਾਣੀ ਵਿੱਚ ਇਸ ਮਨ ਦੀ ਜਿਹੜੀ ਤੁਲਨਾ ਹੈ ਉਹ ਵੱਖ-ਵੱਖ ਚੀਜ਼ਾਂ ਨਾਲ ਕੀਤੀ ਹੈ। ਇੱਥੇ ਤੇ ਕਵੀ ਸੰਤੋਖ ਸਿੰਘ ਕਹਿੰਦੇ ਨਾ ਘੋੜੇ ਦੀ ਤਰ੍ਹਾਂ ਚੰਚਲਤਾ ਦੇ ਵਿੱਚ ਦੌੜਦਾ ਹੈ। ਮਹਾਰਾਜ ਨੇ ਇਸ ਨੂੰ ਗਧੇ ਦੇ ਬਰਾਬਰ ਵੀ ਕਹਿ ਦਿੱਤਾ, ਇਹਨੂੰ ਝੋਟੇ ਦੀ ਤਰ੍ਹਾਂ ਵੀ ਕਹਿ ਦਿੱਤਾ। ਜਦੋਂ ਭੂਤਰਦਾ ਹੈ ਤੇ ਫਿਰ ਕਿਸੇ ਦੇ ਨੇੜੇ ਨਹੀਂ ਆਉਂਦਾ, ਨਾ ਕਿਸੇ ਨੂੰ ਲਾਗੇ ਲੱਗਣ ਦਿੰਦਾ ਹੈ। ਇੱਥੇ ਫਿਰ ਸਤਿਗੁਰੂ ਕਹਿ ਰਹੇ ਨੇ, ਕਹਿੰਦੇ ਕਿ ਇਹ ਚੰਚਲ ਮਨ ਘੋੜੇ ਦੀ ਤਰ੍ਹਾਂ ਕਿਸੇ ਦੇ ਵੱਸ ਵਿੱਚ ਨਹੀਂ ਆਉਂਦਾ। ਕਹਿਣ ਲੱਗੇ ਕੋਈ ਸਿਆਣਾ ਘੋੜ ਸਵਾਰ ਇਹਦੀ ਲਗਾਮ ਨੂੰ ਪਕੜ ਕੇ ਛਾਲ ਮਾਰ ਕੇ ਇਹਦੇ ਤੇ ਸਵਾਰ ਹੋ ਜਾਣਾ ਕਰੇ। ਕਹਿਣ ਲੱਗੇ ਕਿ ਫਿਰ ਇਹਨੂੰ ਜਿਹੜਾ ਇਹ ਲਗਾਮ ਨੂੰ ਚੰਗੀ ਤਰ੍ਹਾਂ ਦੇ ਨਾਲ ਖਿੱਚ ਲੈਣਾ ਕਰੇ ਤੇ ਇਹ ਘੋੜਾ ਜਿਹੜਾ ਅਥਰਿਆ ਹੋਇਆ ਘੋੜਾ ਨਾ ਉਹ ਵੀ ਵਸ ਵਿੱਚ ਆਉਂਦਾ। ਇੱਦਾਂ ਹੀ ਇਹ ਮਨ ਹੈ, ਇਹ ਮਨ ਜਿਹੜਾ ਹੈ ਨਾ ਇੱਦਾਂ ਵਸ ਵਿੱਚ ਨਹੀਂ ਆ ਸਕਦਾ। ਇਹ ਵੀ ਇੱਦਾਂ ਹੀ ਆਉਂਦਾ ਏ ਜਦੋਂ ਇਸ ਮਨ ਦੀ ਲਗਾਮ ਨੂੰ ਕੋਈ ਪਕੜ ਲਵੇ, ਤੇ ਲਗਾਮ ਕੇਵਲ ਗੁਰੂ ਪਕੜ ਸਕਦਾ। ਮਨ ਵਿੱਚ ਹੈ ਸਤਿਗੁਰ ਕੇ ਪਾਸ। ਕੇਵਲ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੀਆਂ ਸਾਖੀਆਂ ਸੁਣਨ ਮਾਤਰ ਨਹੀਂ, ਉਹ ਸਿੱਖਿਆ ਮਾਤਰ ਹੈ। ਜਦੋਂ ਲਹਿਣਾ ਜੀ ਚੱਲ ਕੇ ਜਾਂਦੇ ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਉਹਦੇ ਘੋੜੇ ਦੀਆਂ ਲਗਾਮਾਂ ਪਕੜ ਲੈਂਦੇ ਨੇ। ਅੱਗੇ ਅੱਗੇ ਗੁਰੂ ਨਾਨਕ ਸਾਹਿਬ ਮਗਰ ਮਗਰ ਘੋੜੇ ਦੇ ਉੱਪਰ ਬੈਠਾ ਹੋਇਆ ਲਹਿਣਾ ਆ ਰਿਹਾ ਸੀ। ਉਹ ਲਗਾਮਾਂ ਕੇਵਲ ਤੇ ਕੇਵਲ ਘੋੜੇ ਦੀਆਂ ਨਹੀਂ ਸਨ, ਸਿੱਧਾ ਭਾਵ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲਹਿਣੇ ਦੇ ਮਨ ਦੀਆਂ ਉਹ ਲਗਾਮਾਂ ਪਕੜ ਲਈਆਂ ਸਨ, ਜਿਹਦੇ ਕਰਕੇ ਲਹਿਣਾ ਸਦਾ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦਾ ਹੋ ਗਿਆ। ਸਭ ਤੋਂ ਵੱਡਾ ਰਾਜਾ ਹੋਇਆ ਜਿਹਨੂੰ ਰਾਜਾ ਜਨਕ ਕਿਹਾ ਜਾਂਦਾ ਸੀ। ਉਹਨੇ ਆਪਣੇ ਰਾਜ ਦੇ ਵਿੱਚ ਨਾ ਐਲਾਨ ਕਰਵਾਤਾ, ਕਹਿਣ ਲੱਗਿਆ ਕੋਈ ਮੈਨੂੰ ਮਨ ਵਸ ਕਰਨ ਦਾ ਤਰੀਕਾ ਦੱਸ ਦੇਵੇ। ਉਹ ਤਰ੍ਹਾਂ ਤਰ੍ਹਾਂ ਦੇ ਲੋਕ ਜਿਹੜੇ ਸਨ, ਉਹ ਜਿਹੜੇ ਗੁਰੂ ਸਨ, ਉਹ ਸਾਰੇ ਆ ਗਏ ਇਕੱਠੇ ਹੋ ਕੇ, ਕਹਿਣ ਲੱਗੇ ਗੱਲ ਹੀ ਕੋਈ ਨਹੀਂ, ਆਪਾਂ ਰਾਜੇ ਨੂੰ ਜਿਹੜਾ ਉਹ ਦੱਸਦੇ ਨੇ ਕਿ ਮਨ ਵਸ ਵਿੱਚ ਕਿਵੇਂ ਆਉਂਦਾ ਹੈ। ਉਹਨੂੰ ਗਿਆਨ ਕਰਾਉਣਾ, ਉਹਨੂੰ ਸਿੱਖਿਆ ਦੇਣੀ, ਆਪਾਂ ਗਿਆਨ ਕਰਾ ਦਿੰਦੇ ਹਾਂ, ਆਪਾਂ ਸਿੱਖਿਆ ਦੇ ਦਿੰਦੇ ਹਾਂ। ਰਾਜੇ ਨੇ ਵੇਖਿਆ, ਕਹਿਣ ਲੱਗਿਆ ਇਹ ਤਾਂ ਲੱਖਾਂ ਦੀ ਗਿਣਤੀ 'ਚ ਆ ਗਏ ਮੇਰੇ ਗੁਰੂ ਬਣਨ ਵਾਸਤੇ, ਕਿੰਨਿਆਂ ਕੁ ਦਾ ਮੈਂ ਚੇਲਾ ਬਣਾਂਗਾ, ਕਿੰਨਿਆਂ ਕੁ ਦਾ ਸ਼ਾਗਿਰਦ ਬਣਾਂਗਾ। ਉਹ ਕਹਿਣ ਲੱਗੇ, ਸਲਾਹਕਾਰਾਂ ਨੇ ਸਲਾਹ ਦਿੱਤੀ, ਕਹਿਣ ਲੱਗੇ ਥੋੜ੍ਹੀ ਜੀ ਜਿਹੜੀ ਸ਼ਰਤ ਹੈ ਨਾ, ਉਹ ਸ਼ਰਤ ਨੂੰ ਥੋੜ੍ਹਾ ਵੱਡਾ ਕਰ ਦਿਓ। ਕਹਿਣ ਲੱਗੇ ਠੀਕ ਹੈ। ਕਹਿੰਦੇ ਜਿਹੜਾ ਗਿਆਨ ਨਾ ਕਰਾ ਸਕਿਆ ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਏਗਾ। ਅੱਧੇ ਇੱਕ ਤੇ ਜਿਹੜੇ ਸੀ ਉਹ ਛੱਡ ਕੇ ਦੌੜ ਗਏ, ਐਵੇਂ ਕਾਹਦੇ ਲਈ ਗਿਆਨ ਨਾ ਕਰਾ ਸਕੇ, ਜੇਲ੍ਹ 'ਚ ਕਾਹਦੇ ਲਈ ਜਾਣਾ। ਕਹਿਣ ਲੱਗੇ ਅਜੇ ਵੀ ਜ਼ਿਆਦੇ ਹੈ, ਹੁਣ ਕੀ ਕਰੀਏ। ਕਹਿਣ ਲੱਗੇ ਹੋਰ ਵੱਡੀ ਸ਼ਰਤ ਰੱਖ ਦਿੰਦੇ ਆ। ਕਹਿੰਦੇ ਕਿ ਇਹ ਰਾਜਾ ਜਿਹੜਾ ਏ, ਰਾਜਾ ਜਨਕ ਘੋੜੇ ਦੇ ਉੱਪਰ ਸਵਾਰ ਹੋਏਗਾ, ਇੱਕ ਪਾਸੇ ਪੈਰ ਰੱਖੇਗਾ, ਜਿੰਨਾ ਚਿਰ ਨੂੰ ਛਾਲ ਮਾਰ ਕੇ ਦੂਜੇ ਪਾਸੇ ਰੱਖਣਾ ਹੈ ਨਾ, ਇੰਨੇ ਚਿਰ ਦੇ ਵਿੱਚ ਗਿਆਨ ਕਰਾਉਣਾ ਹੈ। ਹੁਣ ਬਹੁਤ ਭੱਜ ਗਏ, ਦੌੜ ਗਏ, ਕਹਿਣ ਲੱਗੇ ਇੰਨੇ ਸਮੇਂ 'ਚ ਗਿਆਨ ਕੌਣ ਕਰਾਊਗਾ। ਪਰ ਅਜੇ ਵੀ ਕੁਝ ਸੀ, ਉਹ ਬੜਿਆਂ ਨੇ ਜ਼ੋਰ ਲਾਇਆ, ਰਾਜੇ ਜਨਕ ਨੂੰ ਕੋਈ ਗਿਆਨ ਨਾ ਕਰਾ ਸਕਿਆ। ਉਹਨੇ ਸਾਰੇ ਫੜ ਕੇ ਜੇਲ੍ਹ 'ਚ ਬੰਦ ਕਰਤੇ ਜਿੰਨੇ ਗਿਆਨ ਕਰਾਉਣ ਆਏ ਸੀ। ਕਹਿਣ ਲੱਗੇ ਗਿਆਨ ਤੇ ਹੋਇਆ ਕੋਈ ਨਹੀਂ। ਬੜਾ ਸਮਾਂ ਬਤੀਤ ਹੋ ਗਿਆ। ਇੱਕ ਘਰ ਦੇ ਵਿੱਚ ਬੱਚਾ ਖੇਡਦਾ ਸੀ, ਵੱਡਾ ਹੋਇਆ, ਸਹਿਜੇ ਸਹਿਜੇ ਉਹਨੇ ਮਾਂ ਨੂੰ ਪੁੱਛਿਆ, ਕਹਿਣ ਲੱਗਿਆ ਮਾਂ ਮੇਰਾ ਪਿਤਾ ਕਿੱਥੇ ਹੈ। ਉਹ ਮਾਂ ਕਹਿਣ ਲੱਗੀ, ਕਹਿੰਦੀ ਤੇਰਾ ਪਿਤਾ ਜਿਹੜਾ ਨਾ ਉਹ ਰਾਜੇ ਜਨਕ ਨੂੰ ਗਿਆਨ ਕਰਾਉਣ ਗਿਆ ਸੀ। ਕਹਿੰਦਾ ਫਿਰ, ਕਹਿੰਦਾ ਰਾਜੇ ਜਨਕ ਨੂੰ ਗਿਆਨ ਨਹੀਂ ਕਰਾ ਸਕਿਆ, ਇਸ ਕਰਕੇ ਉਹਨੇ ਫੜ ਕੇ ਜੇਲ੍ਹ 'ਚ ਬੰਦ ਕਰਤਾ। ਕਹਿੰਦਾ ਹੱਦ ਹੋ ਗਈ, ਰਾਜੇ ਨੂੰ ਕੋਈ ਗਿਆਨ ਨਹੀਂ ਕਰਾ ਸਕਿਆ। ਕਹਿੰਦੇ ਨਹੀਂ। ਕਹਿੰਦਾ ਮੈਂ ਜਾਊਂ ਫਿਰ ਗਿਆਨ ਕਰਾਉਣ। ਮਾਂ ਕਹਿੰਦੀ ਬੈਠ ਜਾ ਚੁੱਪ ਕਰਕੇ, ਅੱਗੇ ਪਿਓ ਤੇਰਾ ਜੇਲ੍ਹ 'ਚ, ਹੁਣ ਤੂੰ ਵੀ ਜਾਣਾ, ਇੱਕੋ ਇੱਕ ਤੇ ਮੇਰਾ ਸਹਾਰਾ ਏ। ਕਹਿੰਦਾ ਨਹੀਂ ਮੈਂ ਜਾਊਂਗਾ, ਨਾਲੇ ਮੈਂ ਗਿਆਨ ਕਰਾ ਕੇ ਆਉਂ, ਨਾਲੇ ਪਿਤਾ ਨੂੰ ਛੁਡਾ ਕੇ ਲਿਆਉਂ। ਨਾ ਟਲਿਆ। ਉਹਨੇ ਰਾਜੇ ਨੂੰ ਸੁਨੇਹਾ ਭੇਜਤਾ, ਕਹਿਣ ਲੱਗਿਆ ਮੈਂ ਤੈਨੂੰ ਗਿਆਨ ਕਰਾਉਣ ਆਉਣਾ, ਤਿਆਰ ਹੋ ਜਾ। ਕਹਿੰਦਾ ਠੀਕ ਹੈ। ਉਹ ਤੁਰਿਆ ਆਵੇ ਰਾਜੇ ਦੇ ਦਰਬਾਰ ਵਿੱਚ। ਅਸਤਾ ਬੱਕਰ ਦੇ ਸਰੀਰ ਵਿੱਚ 7 ਵਾਲ ਪੈਂਦੇ ਸੀ। ਮਾਫ਼ ਕਰਿਓ, ਵਾਲ ਤੇ ਇੱਕ ਪਵੇ ਕਿਸੇ ਦੇ ਸਰੀਰ 'ਚ, ਉਹਦੇ ਕੋਲ ਸਿੱਧਾ ਤੁਰਿਆ ਨਹੀਂ ਜਾਂਦਾ, ਸਿੱਧਾ ਖੜਿਆ ਨਹੀਂ ਹੋਇਆ ਜਾਂਦਾ, ਸਿੱਧੀ ਗੱਲਬਾਤ ਨਹੀਂ ਹੋ ਸਕਦੀ। ਵਾਲ ਤੇ ਇੱਕ ਪੈਂਦਾ ਹੋਵੇ ਤੇ ਬੰਦਾ ਬੜਾ ਹੋਰ ਤਰ੍ਹਾਂ ਦਾ ਲੱਗਦਾ, ਜਿਹਦੇ ਸਰੀਰ 'ਚ 7 ਵਾਲ ਪੈਂਦੇ ਹੋਣ। ਅਸਤਾ ਬੱਕਰ ਨੇ ਸੁਨੇਹਾ ਭੇਜਿਆ, ਕਹਿਣ ਲੱਗਿਆ ਰਾਜਨ ਸਿਆਣੇ ਵਿਦਵਾਨ ਪੁਰਸ਼ ਸੱਦ ਲਏ ਆਪਣੇ ਦਰਬਾਰ ਵਿੱਚ, ਮੈਂ ਆਉਣ ਲੱਗਿਆ ਤੈਨੂੰ ਗਿਆਨ ਕਰਾਉਣ। ਰਾਜੇ ਨੇ ਦਰਬਾਰ ਸਜਾ ਲਿਆ।
ਅਸਤਾ ਬੱਕਰ ਜਦੋਂ ਦਰਬਾਰ 'ਚ ਕਚਹਿਰੀ 'ਚ ਤੁਰਿਆ ਹੁੰਦਾ ਏ ਤੇ ਜਦੋਂ 7 ਵਾਲ ਪੈਂਦੇ ਤੇ ਵੇਖ ਕੇ ਸਾਰੇ ਦਰਬਾਰੀ ਖਿੜਖੜਾ ਕੇ ਹੱਸ ਪਏ, ਕਹਿਣ ਲੱਗੇ ਆਹ ਗਿਆਨ ਕਰਾਏਗਾ। ਬੜੀ ਉੱਚੀ ਸਾਰੀ ਬੋਲਿਆ। ਅਸਤਾ ਬੱਕਰ ਕਹਿਣ ਲੱਗਿਆ, ਕਹਿੰਦਾ ਰਾਜਨ ਮੈਂ ਤੈਨੂੰ ਕਿਹਾ ਸੀ ਸਿਆਣੇ ਵਿਦਵਾਨ ਸੱਦੀ, ਤੂੰ ਤੇ ਸਾਰੇ ਚਮਿਆਰ ਇਕੱਠੇ ਕੀਤੇ ਹੋਏ, ਪਾਵੇ ਨਾ ਮੇਰਾ ਚੰਮ ਹੀ ਵੇਖਿਆ ਏ, ਮੇਰਾ ਸਰੀਰ ਹੀ ਵੇਖਿਆ, ਮੇਰੇ ਵੱਲ ਤੇ ਵੇਖਿਆ ਹੀ ਨਹੀਂ। ਚਲੋ ਕਹਿਣ ਲੱਗੇ ਛੱਡੋ ਕੋਈ ਗੱਲ ਨਹੀਂ, ਤੁਸੀਂ ਗਿਆਨ ਕਰਾਓ। ਸ਼ਰਤ ਕਿਹੜੀ ਹੈ? ਸ਼ਰਤ ਉਹੀ ਹੈ ਰਾਜਾ ਇੱਕ ਪੈਰ ਰੱਖੇਗਾ, ਦੂਜਾ ਪੈਰ ਰੱਖਣ ਤੱਕ ਜਿਹੜਾ ਗਿਆਨ ਕਰਾਉਣਾ ਹੈ। ਕਹਿਣ ਲੱਗਿਆ, ਕਹਿੰਦਾ ਵੀ ਰਾਜਨ ਮੈਂ ਤੈਨੂੰ ਗਿਆਨ ਤੇ ਕਰਾ ਦਿਆਂਗਾ, ਪਹਿਲਾਂ ਇਹ ਦੱਸ ਮੈਨੂੰ ਦੇਂਗਾ ਕੀ? ਰਾਜਾ ਹੱਸ ਕੇ ਕਹਿਣ ਲੱਗਿਆ, ਕਹਿੰਦਾ ਕਮਾਲ ਹੈ, ਇੰਨਾ ਵੱਡਾ ਮੇਰਾ ਰਾਜ ਭਾਗ, ਹੀਰੇ ਮੋਤੀ ਚਾਂਦੀ ਜਵਾਹਰਾਤ ਜਗੀਰਾਂ, ਜੋ ਆਖੇ ਉਹੀ ਦੇ ਦਿਆਂਗਾ। ਅਸਤਾ ਬੱਕਰ ਕਹਿਣ ਲੱਗਿਆ, ਕਹਿੰਦਾ ਰਾਜਨ ਇਹ ਜੋ ਕੁਝ ਸੀ ਨਾ ਇਹ ਤੇਰੇ ਪਿਓ ਦਾ ਸੀ, ਪਿਓ ਤੇਰਾ ਮਰ ਗਿਆ ਤੇ ਤੈਨੂੰ ਦੇ ਗਿਆ, ਤੇਰਾ ਆਪਣਾ ਕੀ ਹੈ? ਜੋ ਤੇਰਾ ਆਪਣਾ ਨਾ ਤੂੰ ਉਹ ਦੇ। ਰਾਜਾ ਸੋਚੀ ਪੈ ਗਿਆ, ਕਹਿਣ ਲੱਗਿਆ ਮੇਰਾ ਕੀ ਹੈ? ਆਹੀ ਤਾਂ ਗਿਆਨ ਹੈ, ਜਿੱਦਣ ਬੰਦਾ ਸੋਚਣ ਲੱਗ ਜੇ ਨਾ ਮੇਰਾ ਕੀ ਦੁਨੀਆ ਦੇ ਉੱਤੇ, ਬੰਦੇ ਦੀਆਂ ਅੱਧੀਆਂ ਮੁਸ਼ਕਲਾਂ ਉਦੋਂ ਹੀ ਹੱਲ ਹੋ ਜਾਂਦੀਆਂ। ਅਸਲ ਵਿੱਚ ਸਾਰੀ ਉਮਰ ਇਹੋ ਹੀ ਸੋਚਦਾ ਰਹਿੰਦਾ ਮੈਂ ਕੀਤਾ, ਮੈਂ ਕਰਾਂਗਾ। ਇੱਕ ਪਿਓ ਆਪਣੇ ਪੁੱਤਰਾਂ ਨੂੰ 24 ਘੰਟੇ ਬਸ ਇਸੇ ਗੱਲ ਤੇ ਝਿੜਕੀ ਜਾਂਦਾ, ਮੈਂ ਨਾ ਹੁੰਦਾ ਮਰ ਜਾਂਦੇ ਤੁਸੀਂ ਭੁੱਖੇ। ਐਵੇਂ ਕਰਕੇ ਸੰਸਾਰ ਚੱਲੀ ਜਾਂਦਾ। ਹੋ ਸਕਦਾ ਉਹਨਾਂ ਦਾ ਪਿਤਾ ਵੀ ਇਦਾਂ ਹੀ ਕਹਿੰਦਾ ਹੁੰਦਾ। ਐਵੇਂ ਕਰਕੇ ਬੰਦਾ ਸੋਚਦਾ ਮੇਰਾ ਹੀ ਹੈ ਸਾਰਾ ਕੁਝ। ਅੱਧਾ ਗਿਆਨ ਤੇ ਹੁਣੇ ਰਾਜੀ ਜਨਕ ਦੀਆਂ ਅੱਖਾਂ ਖੁੱਲ ਗਈਆਂ, ਮੇਰਾ ਕੀ ਹੈ? ਚਲੋ ਸਿਆਣੇ ਵਿਦਵਾਨ ਪੁਰਸ਼ਾਂ ਨੇ ਕਿਹਾ ਵੀ ਇਦਾਂ ਕਰੋ, ਤੇਰਾ ਆਪਣਾ ਕੁਛ ਵੀ ਨਹੀਂ, ਚੱਲ ਮਨ ਤੇਰਾ, ਮਨ ਤੇ ਤੇਰਾ ਹੀ ਹੈ ਨਾ, ਆ ਮਨ ਦੇ ਦਿੰਨੇ। ਕਹਿਣ ਲੱਗਿਆ ਠੀਕ ਹੈ। ਅਸਤਾ ਬੱਕਰ ਨੂੰ ਕਿਹਾ ਮੈਂ ਮਨ ਤੈਨੂੰ ਦਿੱਤਾ। ਜਦੋਂ ਉਹ ਮਨ ਦੇਤਾ, ਹੁਣ ਰਾਜਾ ਜਨਕ ਉੱਠਿਆ, ਉੱਠ ਕੇ ਘੋੜੇ ਦੇ ਉੱਪਰ ਚੜ੍ਹਨ ਲੱਗਿਆ। ਜਦੋਂ ਚੜ੍ਹਨ ਲੱਗਿਆ ਤੇ ਉਸੇ ਵਕਤ ਹੀ ਅਸਤਾ ਬੱਕਰ ਕਹਿੰਦਾ ਰਾਜਨ ਤੈਨੂੰ ਕਿਹਨੇ ਕਿਹਾ ਘੋੜੇ ਤੇ ਚੜ੍ਹਨ ਨੂੰ? ਕਿਹਦੇ ਹੁਕਮ ਨਾਲ ਚੜ੍ਹਨ ਲੱਗਿਆ? ਕਹਿੰਦਾ ਮੈਨੂੰ ਮੇਰੇ ਮਨ ਨੇ ਕਿਹਾ। ਕਹਿੰਦਾ ਮਨ ਅਜੇ ਵੀ ਚੱਕੀ ਫਿਰਦਾ? ਮਨ ਤੇ ਤੂੰ ਮੈਨੂੰ ਦੇਤਾ। ਹੈਰਾਨ ਹੋ ਕੇ ਕਹਿਣ ਲੱਗਿਆ ਹਾਂ ਮਨ ਤੇ ਤੈਨੂੰ ਦਿੱਤਾ। ਕਹਿੰਦਾ ਇਹੋ ਗਿਆਨ ਹੈ ਮਨ ਜਿਹੜਾ ਗੁਰੂ ਦੇ ਹਵਾਲੇ ਕਰਨਾ ਪੈਂਦਾ। ਸਤਿਗੁਰ ਦੀ ਬਾਣੀ ਕਹਿ ਰਹੀ ਮਨ ਵਿੱਚ ਸਤਿਗੁਰ ਕੇ ਪਾਸ। ਇੱਥੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਰਹੇ, ਕਹਿੰਦੇ ਨਵਾਬ ਇਹ ਜਿਹੜਾ ਮਨ ਹੈ ਨਾ ਇੱਦਾਂ ਨਹੀਂ ਟਿਕਦਾ, ਬੜਾ ਔਖਾ ਟਿਕਦਾ ਹੈ, ਇਹਨੂੰ ਟਿਕਾਉਣਾ ਕੋਈ ਸੌਖੀ ਬਾਤ ਨਹੀਂ ਹੈ। ਸਤਿਗੁਰ ਸ਼ਬਦ ਸੌਰ ਪਰੇ ਤੇ ਦੀਜੀਐ। ਕਹਿੰਦੇ ਮਨ ਟਿਕਦਾ ਹੈ ਗੁਰੂ ਦੇ ਸ਼ਬਦ ਨਾਲ, ਗੁਰੂ ਦੇ ਗਿਆਨ ਨਾਲ। ਗੁਰੂ ਦੇ ਗਿਆਨ ਨਾਲ ਹੀ ਇਹ ਮਨ ਜਿਹੜਾ ਉਹ ਟਿਕ ਸਕਦਾ ਹੈ। ਕਹਿੰਦੇ ਇਸ ਮਨ ਨੂੰ ਡਰਾਉਣਾ ਪੈਂਦਾ ਏ। ਡਰਾਉਣਾ ਕਿਵੇਂ ਪੈਂਦਾ? ਕਹਿੰਦੇ ਦੱਸਣਾ ਪੈਂਦਾ। ਤਾਂ ਹੀ ਸਾਡੇ ਧਾਰਮਿਕ ਪੁਰਸ਼ਾਂ ਨੇ, ਰਿਸ਼ੀਆਂ ਮੁਨੀਆਂ ਨੇ, ਆਦਿ ਕਾਲ ਤੋਂ ਹੀ ਭਗਤ ਸਾਹਿਬਾਨਾਂ ਨੇ ਬਾਰ-ਬਾਰ ਬੰਦੇ ਨੂੰ ਡਰਾ ਕੇ ਵੀ ਵੇਖਿਆ। ਉਹ ਵੇਖੀ ਤੈਨੂੰ ਨਰਕਾਂ 'ਚ ਜਾਣਾ ਪੈਣਾ ਹੈ, ਤੈਨੂੰ ਦੁੱਖ ਭੋਗਣੇ ਪੈਣੇ ਹੈ। ਭਾਵੇਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਧਰੇ ਡਰਾਇਆ ਨਹੀਂ, ਸੁਚੇਤ ਕੀਤਾ ਹੈ, ਪਰ ਆਦਿ ਕਾਲ ਤੋਂ ਡਰਾਇਆ ਜਾਂਦਾ ਰਿਹਾ ਵੀ ਤੂੰ ਇੱਦਾਂ ਕਰੇਂਗਾ ਤੇ ਤੈਨੂੰ ਐਵੇਂ ਕਰਨਾ ਪੈਣਾ। ਸਤਿਗੁਰੂ ਕਹਿਣ ਲੱਗੇ, ਕਹਿੰਦੇ ਇਸ ਮਨ ਨੂੰ ਡਰਾਉਣਾ ਵੀ ਪੈਂਦਾ ਹੈ। ਕਹਿਣ ਲੱਗੇ ਕਿ ਵਿਸ਼ੇ ਵਿਕਾਰਾਂ ਤੋਂ ਇਸ ਮਨ ਨੂੰ ਰੋਕ ਕੇ ਰੱਖਣਾ ਪੈਂਦਾ, ਲਗਾਮ ਲਾਉਣੀ ਪੈਂਦੀ ਹੈ। ਕਹਿੰਦੇ ਫਿਰ ਐਵੇਂ ਸਮਝਿਆ ਜਾ ਸਕਦਾ ਹੈ ਕਿ ਇਹ ਮਨ ਰੂਪੀ ਘੋੜਾ ਜਿਹੜਾ